नमस्कार दोस्तों, मैं अनिल यादव आपका अपना शो ज़िंदगी की हकीकत में आप सभी का बहुत बहुत अभिनंदन करता हूं। दोस्तों, आप सबका प्यार और स्नेह बहुत ही अच्छे से मिल रहा है हमें, और आप हमारे चैनल को अच्छे से देख रहे हैं, और जो स्टोरी हमारी उस पर डल रही हैं उसका अच्छा रिस्पॉन्स भी मिल रहा है। तो दोस्तों, आज की जो कहानी है वो सबसे हटके है। उन्होंने अपने जीवन में काफ़ी स्ट्रगल किया है। तो आइए मैं आपको ले चलता हूँ आज की कहानी जसविंदर कौर जी की ज़ुबानी। नमस्कार मैम, आपका हमारे शो में बहुत बहुत स्वागत है। मैम, जो हमारे दर्शक हैं उन्हें अपने जीवन के बारे में बताएं ताकि वो आपसे कुछ सीख सकें। नमस्कार अनिल, बहुत बहुत धन्यवाद ਤੁਸੀਂ ਮੈਨੂੰ ਇੱਥੇ ਬੱਚਿਆਂ ਦੇ ਸਾਹਮਣੇ ਆਪਣਾ ਐਕਸਪੀਰੀਅੰਸ ਐਕਸਪਲੇਨ ਕਰਨ ਦੇ ਲਈ ਮੌਕਾ ਦਿੱਤਾ। ਤੇ ਮੈਂ ਤੁਹਾਨੂੰ ਦੱਸਦੀ ਹਾਂ ਵੀ ਮੇਰਾ ਨਾਮ ਜਸਵਿੰਦਰ ਕੌਰ ਹੈ। ਮੈਂ ਅਕਾਲ ਡਿਗਰੀ ਕਾਲਜ ਫਾਰ ਵੂਮਨ ਸੰਗਰੂਰ ਦੇ ਵਿੱਚ 1981 'ਚ ਜੌਬ ਜੁਆਇਨ ਕੀਤੀ ਸੀ। ਇੱਕ ਆਮ ਫੈਮਿਲੀ ਦੇ ਨਾਲ, ਮਤਲਬ ਵੀ ਮੈਂ ਬਿਲੋਂਗ ਕਰਦੀ ਹਾਂ ਆਮ ਫੈਮਿਲੀ ਨੂੰ। ਅਤੇ ਪੇਂਡੂ ਸੀ ਫੈਮਿਲੀ। ਮੇਰੇ ਫਾਦਰ ਪਿੰਡ 'ਚ ਇਕੱਲੇ ਹੀ ਪੜ੍ਹੇ ਹੋਏ ਸੀ। ਅੱਗੇ ਅਸੀਂ ਉਹਨਾਂ ਨੇ ਜੌਬ ਲਈ ਸ਼ਹਿਰ ਦੇ ਵਿੱਚ ਆ ਕੇ, ਤਾਂ ਸਾਡਾ ਪਰਿਵਾਰ ਜਿਹੜਾ ਸੀ ਉਹ ਪਟਿਆਲੇ ਆ ਕੇ ਸੈਟਲ ਹੋ ਗਿਆ। ਉੱਥੋਂ ਅਸੀਂ ਫਿਰ ਆਪਣੀ ਸਟੱਡੀ ਸ਼ੁਰੂ ਕੀਤੀ। ਸਾਡੇ ਪੇਰੈਂਟਸ, ਕਿਉਂਕਿ ਪਹਿਲਾਂ ਪੁਰਾਣੇ ਜ਼ਮਾਨੇ ਦੇ ਵਿੱਚ ਪਿਛਾਂ ਖਿਚੂ ਖਿਆਲਾਂ ਦੇ ਹੁੰਦੇ ਸੀ, ਅਤੇ ਸਾਡੇ ਫਾਦਰ ਦਾ ਏਮ ਸੀ, ਅਸੀਂ 4 ਸਿਸਟਰਸ ਅਤੇ 1 ਬ੍ਰਦਰ ਹੈ ਸਾਡਾ। ਅਤੇ ਉਹਨਾਂ ਦਾ ਇਹੀ ਸੀ ਕਿ ਮੈਂ ਇਹਨਾਂ ਨੂੰ 10ਵੀਂ ਪਾਸ ਕਰਾ ਦੂੰਗਾ। ਉਹ ਟਾਈਮ ਇਹੋ ਜਿਹਾ ਸੀ ਕਿ ਐਜੂਕੇਸ਼ਨ ਨੂੰ ਕੋਈ ਇੰਪੋਰਟੈਂਸ ਨਹੀਂ ਸੀ ਦਿੱਤੀ ਜਾਂਦੀ। ਅਤੇ ਉਦੋਂ ਉਹ ਕਮੇਟੀ ਦੇ ਵਿੱਚ ਕਲੈਰੀਕਲ ਪੋਸਟ 'ਤੇ ਲੱਗੇ ਹੋਏ ਸੀ। ਉਹ ਤੋਂ ਬਾਅਦ ਫਿਰ ਉਹਨਾਂ ਨੇ 1963 ਦੇ ਵਿੱਚ, ਜਦੋਂ 1962 ਦੇ ਵਿੱਚ ਪੰਜਾਬੀ ਯੂਨੀਵਰਸਿਟੀ ਬਣੀ ਹੈ, ਉਹ ਤੋਂ ਬਾਅਦ ਉਹਨਾਂ ਨੇ ਆਪਣੀ ਜੌਬ ਉੱਥੇ ਮਤਲਬ ਸ਼ਿਫਟ ਕਰਕੇ, ਉੱਥੇ ਦਾ ਇਨਵਾਇਰਮੈਂਟ ਦੇਖ ਕੇ ਉਹਨਾਂ ਦਾ ਮਨ ਬਦਲਿਆ ਵੀ ਸਾਡੇ ਬੱਚੇ ਕਿਹੜਾ ਉਹਨਾਂ ਤੋਂ ਘੱਟ ਨੇ, ਵੀ ਅਸੀਂ ਕਿਉਂ ਨਾ ਐਜੂਕੇਸ਼ਨ ਦੇਈਏ ਬੱਚਿਆਂ ਨੂੰ। ਉਹਨਾਂ ਨੇ ਸੋਚਿਆ ਵੀ ਚਲੋ 10ਵੀਂ ਨਹੀਂ, ਇਹਨਾਂ ਨੂੰ BA ਕਰਾ ਦਿੰਦੇ ਹਾਂ, ਲੜਕੀਆਂ ਨੇ, ਚਲੋ ਚੰਗਾ ਘਰ ਮਿਲ ਜੂਗਾ, ਬੱਚੇ ਖੁਸ਼ਹਾਲ ਰਹਿਣਗੇ, ਅਗਲੀ ਜਨਰੇਸ਼ਨ ਵੀ ਜਿਹੜੀ ਹੈ ਉਹ ਕੁਛ ਸਿੱਖੂਗੀ ਇਹਨਾਂ ਤੋਂ। ਇਸ ਤਰੀਕੇ ਨਾਲ ਸਾਡਾ ਮਤਲਬ ਵੀ ਪਰਿਵਾਰ ਦੇ ਵਿੱਚੋਂ ਪੜ੍ਹਾਈ ਦਾ ਇਹ ਤਰੀਕੇ ਨਾਲ ਸਾਡੀ ਪੜ੍ਹਾਈ ਸ਼ੁਰੂ ਹੋਈ ਸੀ। ਉਹ ਤੋਂ ਬਾਅਦ BA ਕੀਤੀ, MA ਕਰਨ ਲੱਗੇ। MA ਦੇ ਵਿੱਚ ਥੋੜ੍ਹਾ ਜਿਹਾ ਮੈਂ ਛੋਟੀ ਹੁੰਦੀ ਤੋਂ ਸ਼ਰਾਰਤੀ ਬਹੁਤ ਸੀ ਅਤੇ ਮੈਂ ਪੜ੍ਹਦੀ ਘੱਟ ਸੀ, ਅਤੇ ਜੋ ਕਲਾਸ 'ਚ ਲੈਕਚਰ ਹੁੰਦਾ ਸੀ ਉਹਨੂੰ ਬੜੀ ਧਿਆਨ ਨਾਲ ਸੁਣ ਲੈਂਦੀ ਸੀ। ਮਤਲਬ ਮੈਨੂੰ ਬਹੁਤੀ ਮਿਹਨਤ ਕਰਨ ਦੀ ਲੋੜ ਨਹੀਂ ਸੀ ਪੈਂਦੀ। ਅਤੇ ਜਦੋਂ ਮੈਂ ਆਪਣੇ ਫਾਦਰ ਨੂੰ ਕਿਹਾ ਵੀ ਮੈਂ ਮੈਥੇਮੈਟਿਕਸ ਲੈਣਾ ਪ੍ਰੈਪ ਦੇ ਵਿੱਚ, ਤਾਂ ਮੈਨੂੰ ਉਹਨਾਂ ਨੇ ਮਨਾ ਕਰਤਾ ਵੀ ਤੂੰ ਹਾਰਡ ਵਰਕਿੰਗ ਨਹੀਂ ਹੈਗੀ, ਵੀ ਤੂੰ ਮੈਥੇਮੈਟਿਕਸ 'ਚ ਨਹੀਂ ਚੱਲ ਸਕਦੀ, ਕਿਉਂਕਿ ਉਹਦੇ ਲਈ ਰੈਗੂਲਰ ਪੜ੍ਹਾਈ ਦੀ ਲੋੜ ਹੈ। ਬਸ ਇਸ ਤਰੀਕੇ ਨਾਲ ਚੱਲਦੇ ਗਏ। ਮੈਂ ਆਰਟਸ ਲੈ ਲਿਆ। ਉਹ ਤੋਂ ਬਾਅਦ ਮੈਂ ਲਿੰਗੁਇਸਟਿਕਸ ਵੀ ਪੜ੍ਹਿਆ, ਲਿਟਰੇਚਰ ਵੀ ਪੜ੍ਹਿਆ। MA ਇਕਨੋਮਿਕਸ ਜੁਆਇਨ ਕੀਤੀ। MA 'ਚ ਜਾ ਕੇ ਬਹੁਤ ਮਿਹਨਤੀ ਸੀਗੇ। ਇਹ ਨਹੀਂ ਸੀਗਾ ਕਲਾਸ 'ਚ ਸਭ ਤੋਂ ਪਹਿਲਾਂ ਅੱਗੇ ਹੁੰਦੇ ਸੀ ਸੁਣਾਉਣ ਦੇ ਵਿੱਚ, ਜਾਂ ਜੋ ਵੀ ਪੜ੍ਹਨਾ ਹੁੰਦਾ ਸੀਗਾ, ਮਤਲਬ ਵੀ ਇੰਟੈਲੀਜੈਂਟ ਦੇ ਵਿੱਚ ਸੀ, ਕਿਉਂਕਿ ਮੇਰਾ ਰੈਂਕ ਵੀ ਉੱਥੇ 6th ਰੈਂਕ ਸੀ ਸ਼ਾਇਦ ਜਦੋਂ MA ਜੁਆਇਨ ਕੀਤੀ। ਅਤੇ ਉੱਥੇ ਪੜ੍ਹਦੇ ਸੀ ਤਾਂ ਸਾਰਿਆਂ ਦੇ ਨੋਟਿਸ 'ਚ ਸੀ ਵੀ ਇਹ ਕੁੜੀਆਂ ਟੌਪਰ ਹੋਣਗੀਆਂ, ਪਰ ਅਨਲੱਕੀ ਰਹੀ ਮੈਂ। ਉੱਥੇ ਮੇਰੀ 3rd ਡਿਵੀਜ਼ਨ ਆਈ। 49.5% ਮਾਰਕਸ ਪਾਰਟ 1 'ਚੋਂ ਆਏ। ਸੈਕਿੰਡ ਈਅਰ 'ਚ ਫਿਰ ਸੈਕਿੰਡ ਡਿਵੀਜ਼ਨ ਬਣ ਗਈ, ਪਰ 3 ਡੰਡੇ ਲੱਗ ਗਏ। ਮੇਰੇ ਫਾਦਰ ਨੇ ਮੈਨੂੰ ਇੱਕੋ ਕਿਹਾ ਵੀ ਇਹ ਤਾਂ ਥਾਣੇਦਾਰ ਦਾ ਰੋਲ ਹੋ ਗਿਆ, ਵੀ ਤੁਸੀਂ ਤਾਂ ਥਾਣੇਦਾਰ ਵਾਲਾ ਡੰਡਾ ਲੈ ਲਿਆ। ਮੈਨੂੰ ਮਤਲਬ ਬਹੁਤ ਫੀਲ ਹੋਇਆ। ਫਿਰ ਮੈਨੂੰ ਕਹਿੰਦੇ ਵੀ B.Ed ਕਰ ਲੈ, ਵੀ ਗੌਰਮੈਂਟ ਜੋਬ ਲਈ, ਵੀ ਟੀਚਿੰਗ ਲਾਈਨ 'ਚ ਆ ਗਈ। ਪਰ ਮੈਨੂੰ ਟੀਚਿੰਗ ਲਾਈਨ ਇੰਨੀ ਸਕੂਲ ਦੀ ਜੋਬ ਨਹੀਂ ਸੀ ਪਸੰਦ। ਮੈਂ ਕਿਹਾ ਮੈਂ ਲਾਇਬ੍ਰੇਰੀ ਸਾਇੰਸ ਦੀ ਡਿਗਰੀ ਕਰੂੰਗੀ, ਕਿਉਂਕਿ ਮੈਨੂੰ ਲਾਇਬ੍ਰੇਰੀ ਦਾ ਸੀ ਵੀ ਉੱਥੇ ਦਾ ਇਨਵਾਇਰਮੈਂਟ ਬਹੁਤ ਅੱਛਾ ਹੁੰਦਾ ਹੈ, ਪੜ੍ਹਨ ਲਈ ਬਹੁਤ ਕੁਛ ਮਿਲਦਾ ਹੈ, ਅਤੇ ਇਸ ਕਰਕੇ ਮੇਰਾ ਲਾਇਬ੍ਰੇਰੀਅਨ ਵੱਲ ਝੁਕਾਅ ਜ਼ਿਆਦਾ ਹੋ ਗਿਆ। ਉੱਥੇ ਮੈਂ ਐਡਮਿਸ਼ਨ ਲਈ, ਫਿਰ ਲਾਇਬ੍ਰੇਰੀ ਸਾਇੰਸ ਦੀ ਡਿਗਰੀ ਕੀਤੀ। ਉਹ ਕਰਨ ਤੋਂ ਬਾਅਦ ਮੇਰੀ ਉਹਦੇ ਨਾਲ ਹੀ ਮੈਂ ਮਤਲਬ ਵੀ ਇੰਪਰੂਵਮੈਂਟ ਦੇ ਐਗਜ਼ਾਮ ਦੇ ਦਿੱਤੇ, ਅਤੇ ਮੈਂ 1st ਡਿਵੀਜ਼ਨ ਮੇਰੀ ਬਣ ਗਈ। ਅਤੇ ਫਿਰ ਇੱਧਰ ਜੋਬਸ ਸੀਗੀਆਂ ਉਸ ਟਾਈਮ 'ਤੇ ਆਏ ਸੀ ਵੀ ਸਾਰਿਆਂ ਨੂੰ ਰੈਗੂਲਰ ਜੋਬਸ ਨਹੀਂ ਮਿਲਦੀਆਂ ਸੀਗੀਆਂ, ਮਤਲਬ ਵੀ ਐਡਹੌਕ 'ਤੇ ਚਲਾ ਲੈਂਦੇ ਸੀਗੇ ਕਾਲਜਿਸ ਦੇ ਵਿੱਚ ਵੀ, ਅਤੇ ਇਹ ਨਹੀਂ ਸੀਗਾ ਵੀ ਤੁਸੀਂ ਹਰ ਇੱਕ ਨੂੰ ਰੈਗੂਲਰ ਅਪੁਆਇੰਟ ਕਰਨਾ। ਪੋਸਟ ਨਿਕਲੀ, ਮੈਂ ਇੰਟਰਵਿਊ ਦਿੱਤੀ, ਅਤੇ ਉਹ ਤੋਂ ਬਾਅਦ ਮੇਰੀ ਇੱਥੇ ਸਿਲੈਕਸ਼ਨ ਹੋ ਗਈ। ਮਤਲਬ ਮੇਰਾ 3-4 ਦਿਨ ਦਾ ਹੀ ਗੈਪ ਸੀ। ਜਿਵੇਂ ਮੇਰਾ 17 ਜੁਲਾਈ ਨੂੰ ਰਿਜ਼ਲਟ ਨਿਕਲਿਆ, 20 ਨੂੰ ਮੈਨੂੰ ਅਪੁਆਇੰਟਮੈਂਟ ਲੈਟਰ ਮਿਲ ਗਈ ਸੀ ਇੰਟਰਵਿਊ ਤੋਂ ਬਾਅਦ, ਅਤੇ ਮੈਂ 1981 ਜੁਲਾਈ ਦੇ ਵਿੱਚ ਜੁਆਇਨ ਕੀਤਾ। ਉਦੋਂ ਤੋਂ ਮੇਰੀ ਅਕਾਲ ਡਿਗਰੀ ਕਾਲਜ ਦੇ ਵਿੱਚ ਐਜ਼ ਲਾਇਬ੍ਰੇਰੀਅਨ ਮੇਰੀ ਜਿਹੜੀ ਜੋਬ ਹੈ। ਬਾਕੀ ਇਹ ਮੇਰਾ ਸਟੱਡੀ ਦਾ ਸੀਗਾ, ਅਤੇ
ਬਾਕੀ ਕੰਮ ਕਰਨ ਦੇ ਵਿੱਚ ਮੇਰਾ ਡੈਡੀਕੇਸ਼ਨ ਇੰਨੀ ਹੁੰਦੀ ਸੀ ਵੀ ਜਿਹੜੇ ਕੰਮ ਨੂੰ ਮੈਂ ਲੱਗ ਜਾਂਦੀ ਸੀ ਉਹ ਤਾਂ ਮੇਰਾ ਜਿੰਨੀ ਦੇਰ ਮੈਂ ਉਹਨੂੰ ਖ਼ਤਮ ਨਹੀਂ ਸੀ ਕਰ ਲੈਂਦੀ ਉਨੀ ਦੇਰ ਮੈਂ ਕੋਈ ਕੰਮ ਨਹੀਂ ਸੀ ਕਰਦੀ। ਨਾ ਮੈਨੂੰ ਕੋਈ ਖਾਣਾ ਯਾਦ ਹੁੰਦਾ ਸੀ, ਨਾ ਪੀਣਾ ਯਾਦ ਹੁੰਦਾ ਸੀ। ਮਤਲਬ ਸ਼ੁਰੂ ਤੋਂ ਹੀ ਪੜ੍ਹਾਈ ਦੇ ਨਾਲ ਨਾਲ ਮਤਲਬ ਵੀ ਜੇ ਮੈਂ ਜਿਹੜਾ ਕੰਮ ਵੀ ਮੈਨੂੰ ਦਿੱਤਾ ਜਾਂਦਾ ਸੀ ਬੜੀ ਰਿਸਪੌਂਸਿਬਿਲਟੀ ਦੇ ਨਾਲ ਨਿਭਾਉਂਦੀ ਸੀ। ਇਹ ਨਹੀਂ ਸੀ ਹੁੰਦਾ ਕਿ ਵੀ ਮੈਂ ਉਹਨੂੰ ਕਿਤੇ ਲਾਪਰਵਾਹੀ ਕਰ ਲਾਂ ਜਾਂ ਇਗਨੋਰ ਕਰਦਾ ਵੀ ਇਹ ਕੰਮ ਫੇਰ ਕਰ ਲੂੰਗੀ। ਡੂ ਨਾਟ ਪੁੱਟ ਆਫ ਟਿਲ ਟੁਮਾਰੋ ਵਾਲੀ ਗੱਲ ਸੀ ਬਈ ਜੇ ਕੰਮ ਮੈਨੂੰ ਕਹਿਤਾ ਤਾਂ ਨਾਲ ਦੀ ਨਾਲ ਹੋ ਜਾਣਾ। ਉਹ ਚੱਲੀ ਗਿਆ। ਉਹ ਤੋਂ ਬਾਅਦ ਮੇਰੀ ਮੈਰਿਜ ਹੋ ਗਈ 1985 ਦੇ ਵਿੱਚ ਅਤੇ 1 ਸਾਲ ਬਹੁਤ ਵਧੀਆ ਲੰਘਿਆ। ਬੇਟੀ ਦਾ ਜਨਮ ਹੋਇਆ। ਮੇਰੇ ਹਸਬੈਂਡ ਉਹ ਤੋਂ ਬਾਅਦ ਬਿਮਾਰ ਹੋ ਗਏ। ਫਿਰ ਉਹੀ ਲਾਈਫ ਜਿਵੇਂ ਸਟਰਗਲ ਹੁੰਦੀ ਹੈ, ਸਟਰਗਲ ਸ਼ੁਰੂ ਹੋ ਗਈ। ਕਾਫੀ ਬਿਮਾਰ ਰਹੇ ਅਤੇ ਟ੍ਰੀਟਮੈਂਟ ਚੱਲਦਾ ਰਿਹਾ, ਕੋਈ ਪਤਾ ਨਹੀਂ ਲੱਗਿਆ। ਅਤੇ ਉਸ ਟਾਈਮ ਦੇ ਵਿੱਚ ਮੇਰੀ ਛੋਟੀ ਬੇਟੀ ਵੀ ਸੈਕਿੰਡ ਬੇਟੀ ਵੀ ਹੋ ਗਈ ਸੀ ਅਤੇ ਉਹ ਸਾਲ ਕੁ ਦੀ ਸੀ ਜਦੋਂ ਪਤਾ ਲੱਗਿਆ ਵੀ ਇਹਨਾਂ ਦੀ ਸਰਜਰੀ ਹੋਊਗੀ। ਕੋਈ ਟ੍ਰੀਟਮੈਂਟ ਨਹੀਂ ਹੋਇਆ, ਚੱਲਦਾ ਰਿਹਾ। ਉਹ ਤੋਂ ਬਾਅਦ ਫਿਰ ਸਾਰੇ ਟੈਸਟ ਦੁਬਾਰਾ ਹੋਏ, ਕਰਾਉਂਦੇ ਰਹੇ। ਕਈ ਵਾਰੀ ਡਾਇਗਨੋਜ਼ ਨਹੀਂ ਹੁੰਦਾ, ਬਹੁਤ ਟਾਈਮ ਲੱਗ ਗਿਆ ਡਾਇਗਨੋਜ਼ ਹੋਣ ਨੂੰ। ਜਦੋਂ ਡਾਇਗਨੋਜ਼ ਹੋਇਆ, ਸਰਜਰੀ ਹੋਈ, ਮਤਲਬ ਵੀ ਟਾਈਮ ਇੱਕੋ ਜਿਹਾ ਨਹੀਂ ਰਹਿੰਦਾ ਹੈਗਾ। ਕਈ ਵਾਰੀ ਹੁੰਦਾ ਵੀ ਕੋਈ ਸਪੋਰਟ ਕਰਨ ਵਾਲਾ ਹੁੰਦਾ ਜਾਂ ਕਈ ਨਹੀਂ ਹੁੰਦੇ ਹੈਗੇ। ਉੱਥੇ ਮੈਨੂੰ ਪ੍ਰੋਬਲਮ ਆਈ ਕਿਉਂਕਿ ਬੱਚੇ ਛੋਟੇ ਸੀਗੇ, ਹਸਬੈਂਡ ਮੇਰੇ ਬਿਮਾਰ ਸੀ, ਜੌਬ ਮੇਰੀ ਪ੍ਰਾਈਵੇਟ ਸੀ। ਉੱਥੇ ਚਾਹੇ ਸਪੋਰਟ ਕਰਦੇ ਕਰਦੇ ਵੀ ਮੈਨੂੰ ਐਂ ਫੀਲ ਹੁੰਦਾ ਸੀ ਵੀ ਮੈਨੂੰ ਸਪੋਰਟ ਨਹੀਂ ਮਿਲ ਰਹੀ। ਮੇਰੇ ਪੇਰੈਂਟਸ ਨੇ ਮੈਨੂੰ ਬਹੁਤ ਸਪੋਰਟ ਕੀਤਾ। ਉਹਨਾਂ ਦੀ ਸਰਜਰੀ ਹੋਈ, ਉਹ ਤੋਂ ਬਾਅਦ ਫਿਰ ਦੁਬਾਰਾ ਟੈਸਟ ਹੋਏ, ਉਹਦੇ ਵਿੱਚ ਕੈਂਸਰ ਨਿਕਲ ਆਇਆ। ਫਿਰ ਕੀਮੋਥੈਰੇਪੀ ਚੱਲੀ। ਚਲੋ ਸਾਲ ਲੰਘ ਗਿਆ, ਵਿਦਆਊਟ ਪੇ ਚੱਲਦੇ ਸੀਗੇ। ਮੈਂ ਪਟਿਆਲੇ ਤੋਂ ਸੰਗਰੂਰ ਆਉਣਾ, ਬੱਚੇ ਨੂੰ ਕਰੈਚ 'ਚ ਛੱਡਣਾ, ਡਿਊਟੀ ਜੁਆਇਨ ਕਰਨੀ। ਡਿਊਟੀ ਤੋਂ ਬਾਅਦ ਫਿਰ ਮੈਂ ਕਰੈਚ 'ਚ ਜਾਣਾ, ਕਰੈਚ ਜਾ ਕੇ ਫਿਰ ਮੈਂ ਪਟਿਆਲੇ ਘਰ ਜਾਣਾ। ਮਤਲਬ ਇਸ ਤਰੀਕੇ ਨਾਲ ਮੇਰਾ ਮਹੀਨਾ 1.5 ਮਹੀਨਾ ਲੰਘ ਗਿਆ। ਉਹ ਤੋਂ ਬਾਅਦ ਮੇਰੇ ਹਸਬੈਂਡ ਇੱਥੇ ਆਏ, ਉਹਨਾਂ ਦੀ ਕੀਮੋਥੈਰੇਪੀ ਲੱਗੀ। ਇਨ ਦਾ ਮੇਨ ਟਾਈਮ ਮਤਲਬ ਵੀ ਚੱਲਦਾ ਰਿਹਾ। ਇੱਕ ਵਾਰੀ ਤਾਂ ਇਹੋ ਜਿਹੀ ਵੀ ਸਿਚੁਏਸ਼ਨ ਆਈ, ਮੇਰੀ ਵੱਡੀ ਬੇਟੀ ਕਰੈਚ 'ਚ ਜਾਂਦੀ ਸੀ ਤਾਂ ਮੇਰੇ ਹਸਬੈਂਡ ਇੰਨੇ ਬਿਮਾਰ ਸੀ, ਕਿਤੇ ਕਿਸੇ ਨੇ ਕੁਛ ਕਹਿ ਤਾ ਹੋਣਾ। ਮੈਂ ਉਹਨੂੰ ਲੈ ਕੇ ਆ ਰਹੀ ਸੀ ਰਿਕਸ਼ਾ ਦੇ ਵਿੱਚ। ਮੈਨੂੰ ਮੋਨੂੰ ਪੁੱਛਦੀ ਆ, ਮੰਮਾ ਪਾਪਾ ਹੁਣ ਮਰ ਜਾਣਗੇ? ਮੈਂ ਕਿਹਾ ਨਹੀਂ ਬੇਟੇ, ਤੈਨੂੰ ਕਿਹਨੇ ਕਿਹਾ? ਕਹਿੰਦੀ ਕਰੈਚ 'ਚ ਕਹਿੰਦੇ ਸੀ ਵੀ ਬਹੁਤ ਬਿਮਾਰ ਨੇ, ਵੀ ਉਹਨਾਂ ਦੀ ਡੈਥ ਹੋ ਜੂਗੀ। ਮੈਂ ਕਿਹਾ ਨਹੀਂ ਬੇਟੇ, ਐਂ ਥੋੜ੍ਹਾ ਬੰਦਾ ਕੋਈ ਜਾਂਦਾ ਹੁੰਦਾ ਵੀ ਪਰਮਾਤਮਾ ਨੇ ਜ਼ਿੰਦਗੀ ਦਿੱਤੀ ਹੈ, ਪਰਮਾਤਮਾ ਹੀ ਉਹਨਾਂ ਨੂੰ ਬਚਾਉਣ ਵਾਲਾ ਹੈ, ਵੀ ਐਂ ਕੁਛ ਨਹੀਂ ਹੁੰਦਾ ਹੈਗਾ ਵੀ। ਚਲੋ ਠੀਕ ਹੋ ਗਏ। ਫਿਰ ਉਹ ਤੋਂ ਬਾਅਦ ਮੇਰੇ ਹਸਬੈਂਡ ਨੇ 1 ਸਾਲ ਵਿਦਆਊਟ ਪੇ ਛੁੱਟੀ 'ਤੇ ਰਹੇ। ਬੇਟੇ ਦਾ ਵੀ ਬਰਥ ਹੋਇਆ, ਮੇਰੇ ਹਸਬੈਂਡ ਨੇ ਜੁਆਇਨ ਕਰ ਲਿਆ। 10 ਸਾਲ ਸਾਡੇ ਬਹੁਤ ਸੋਹਣੇ ਲੰਘੇ। ਬੱਚਿਆਂ ਨੂੰ ਮੇਰੇ ਹਸਬੈਂਡ ਨੇ ਬਹੁਤ ਵਧੀਆ ਗਾਈਡੈਂਸ ਦਿੱਤੀ ਕਿਉਂਕਿ ਉਹ ਪ੍ਰੋਫੈਸਰ ਸੀਗੇ। ਉਹਨਾਂ ਨੂੰ ਇਹੀ ਸੀਗਾ ਵੀ ਮੈਂ ਆਪਣੇ ਬੱਚਿਆਂ ਨੂੰ ਕੁਛ ਬਣਾਉਣਾ ਹੈ, ਕਿਉਂਕਿ ਗੋਲਡ ਮੈਡਲਿਸਟ ਸੀਗੇ, ਬਹੁਤ ਇੰਟੈਲੀਜੈਂਟ ਸੀਗੇ। ਉਹਨਾਂ ਨੇ ਵੀ UPSC ਵਗੈਰਾ ਦੇ ਐਗਜ਼ਾਮ ਦਿੱਤੇ ਹੋਏ ਸੀਗੇ। ਪਰ ਮੈਨੂੰ ਇੱਕ ਵਾਰੀ ਉਹ ਕਹਿੰਦੇ ਜਸਵਿੰਦਰ ਆਪਾਂ ਪੈਸੇ ਦੇ ਕੇ ਬਈ ਜੌਬ ਲੈ ਲਈ। ਮੈਂ ਉਹਨਾਂ ਨੂੰ ਕਿਹਾ ਨਹੀਂ, ਅਸੀਂ ਕਿਸੇ ਦਾ ਹੱਕ ਨਹੀਂ ਲੈਣਾ ਹੈਗਾ ਅਤੇ ਜੋ ਵੀ ਹੈ ਅਸੀਂ ਆਪਣੀ ਮਿਹਨਤ ਦੇ ਨਾਲ ਜਿੰਨਾ ਕੁ ਚਾਹੇ ਥੋੜ੍ਹਾ ਹੋਊਗਾ ਚਾਹੇ ਬਹੁਤਾ ਹੋਊਗਾ ਅਸੀਂ ਉਹਦੇ ਵਿੱਚ ਹੀ ਗੁਜ਼ਾਰਾ ਕਰਾਂਗੇ। ਵੀ ਇੱਕੋ ਹੀ ਮਕਸਦ ਸੀ ਕਿ ਇਮਾਨਦਾਰੀ ਦੀ ਜਿਹੜੀ ਕਮਾਈ ਹੈ ਉਹਨੂੰ ਫਲ ਲੱਗਦਾ। ਬਸ ਇਸੇ ਉਦੇਸ਼ ਦੇ ਨਾਲ ਅਸੀਂ ਆਪਣੇ ਬੱਚਿਆਂ ਨੂੰ ਅੱਗੇ ਚਲਾਉਂਦੇ ਰਹੇ, ਮੂਵ ਕਰਦੇ ਰਹੇ ਅਤੇ ਸਾਰਾ ਚੱਲੀ ਗਿਆ। ਫਿਰ ਦੁਬਾਰਾ ਮੇਰੇ ਹਸਬੈਂਡ 2001 ਦੇ ਵਿੱਚ ਕਾਫੀ ਬਿਮਾਰ ਹੋ ਗਏ। ਉਹਨਾਂ ਨੇ ਡਾਕਟਰਸ ਨੂੰ ਦੁਬਾਰਾ ਇਹੀ ਗੱਲ ਕਹੀ ਬਈ ਮੈਨੂੰ ਨਾ ਪਹਿਲਾਂ ਕੈਂਸਰ ਦੀ ਪ੍ਰੋਬਲਮ ਸੀ, ਵੀ ਕੁਛ ਡਾਇਗਨੋਜ਼ ਨਹੀਂ ਹੋ ਰਿਹਾ ਹੈਗਾ। ਮੈਨੂੰ ਦੁਪਹਿਰ ਤੋਂ ਬਾਅਦ ਫੀਵਰ ਹੋ ਜਾਂਦਾ ਹੈ, ਵੀ ਕਿਉਂ ਹੁੰਦਾ ਹੈ? ਹੋਰ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਵੀ ਫੀਵਰ ਸਵੇਰੇ ਠੀਕ ਹੋ ਜਾਂਦਾ ਹੈ, ਪਰ ਮੈਨੂੰ ਵੀਕਨੈਸ ਬਹੁਤ ਲੱਗਦੀ ਹੈ। ਬਹੁਤ ਟ੍ਰੀਟਮੈਂਟ ਕੀਤਾ, ਟੈਸਟ ਕਰਾਏ, ਕੁਛ ਨਹੀਂ ਪਤਾ ਲੱਗਿਆ। ਦੁਬਾਰਾ ਫਿਰ 24 ਸਤੰਬਰ 2001 ਨੂੰ ਦੁਬਾਰਾ ਫਿਰ TB ਦੇ ਟੈਸਟ ਦਾ ਆਇਆ। ਡਾਕਟਰਸ ਨੇ ਕਿਹਾ ਵੀ ਚਲੋ TB ਦਾ ਟੈਸਟ ਕਰਾ ਕੇ ਦੇਖ ਲਓ, ਸ਼ਾਇਦ TB ਨਾ ਹੋਵੇ, ਕਿਉਰੇਬਲ ਹੈ, ਵੀ ਤੁਸੀਂ ਇਹਦਾ ਟ੍ਰੀਟਮੈਂਟ ਲਾਓ। ਉੱਥੇ ਕਰਵਾਉਣ ਗਏ ਤਾਂ ਉੱਥੇ ਦੁਬਾਰਾ ਫਿਰ ਕੈਂਸਰ ਸੈਲਸ ਆ ਗਏ। ਇੰਨੇ ਟੈਸਟ ਕਰਾਉਣੇ, ਹਰ ਤੀਜੇ ਦਿਨ ਅਲਟਰਾਸਾਊਂਡ ਕਰਾਉਣਾ, ਕੋਈ ਉਹਨਾਂ ਦਾ ਮਤਲਬ ਕਦੇ ਟੈਸਟ ਦੇ ਵਿੱਚ ਕੁਛ ਨਹੀਂ ਆਇਆ ਅਤੇ ਸਡਨ 1 ਦਿਨ ਦੇ ਵਿੱਚ ਉਹ ਸਾਰੀ ਰਿਪੋਰਟ ਚੇਂਜ ਹੋ ਗਈ। ਟੈਸਟ ਕਰਾ ਕੇ ਆਏ ਅਤੇ ਫਿਰ ਦੁਬਾਰਾ ਟ੍ਰੀਟਮੈਂਟ ਸ਼ੁਰੂ ਹੋ ਗਿਆ। 2-3 ਡੋਜ਼ ਲੱਗੀਆਂ, ਠੀਕ ਹੋ ਗਏ। ਮੇਰੀ ਬੇਟੀ +1 ਸੀ, ਵੱਡੀ ਬੇਟੀ ਉਸ ਟਾਈਮ 'ਤੇ।
ਤੇ ਉਹਨਾਂ ਨੂੰ ਕੁਝ ਨਹੀਂ ਸੀ ਪਤਾ ਵੀ ਸਾਡੇ ਪਾਪਾ ਨੂੰ ਕੀ ਪ੍ਰੋਬਲਮ ਹੈ, ਕਿਉਂਕਿ ਅਸੀਂ ਦੱਸਿਆ ਹੀ ਨਹੀਂ ਸੀ ਵੀ ਕੀ ਪ੍ਰੋਬਲਮ ਹੈ, ਵੀ ਬਿਮਾਰ ਹੋਏ ਨੇ ਚਲੋ ਠੀਕ ਹੋ ਜਾਣਗੇ। ਪਰ ਉਹ ਬੱਚੀ ਨੂੰ ਬਾਹਰੋਂ ਪਤਾ ਲੱਗ ਗਿਆ ਕਾਲਜ ਦੇ ਵਿੱਚੋਂ ਵੀ ਤੁਹਾਡੇ ਪਾਪਾ ਨੂੰ ਤਾਂ ਕੈਂਸਰ ਹੈ। ਜੇ ਉਹਨੇ ਪਾਪਾ ਕੋਲ ਆਇਆ ਕਰਨਾ ਤਾਂ ਉਹਨਾਂ ਨੇ ਕਹਿਣਾ ਬੇਟਾ ਤੁਸੀਂ ਆਪਣਾ ਪੜ੍ਹਾਈ ਵੱਲ ਧਿਆਨ ਰੱਖੋ, ਮੈਂ ਠੀਕ ਹੋ ਜਾਊਂਗਾ, ਮੈਂ ਤੁਹਾਡੇ ਨਾਲ ਗੱਲ ਕਰੂੰਗਾ। ਵੀ ਹੁਣ ਮੈਂ ਗੱਲ ਕਰਨ ਦੀ ਕੰਡੀਸ਼ਨ 'ਚ ਨਹੀਂ ਹੈਗਾ। ਚਲੋ ਟਾਈਮ ਲੰਘਦਾ ਗਿਆ, 4 ਮਹੀਨੇ ਲੰਘ ਗਏ। ਇਹੋ ਜਿਹੀ ਸਿਚੁਏਸ਼ਨ ਆਈ ਬਈ ਉਹਨਾਂ ਨੂੰ ਲੱਗਣ ਲੱਗ ਗਿਆ ਵੀ ਹੁਣ ਮੈਂ ਬਲਾਈਂਡ ਵੀ ਹੋ ਗਈ ਸੀ। ਈਵਨ ਕਿ ਉਹ ਡੋਜ਼ ਲੈਣ ਗਏ, ਉੱਥੇ ਡੋਜ਼ ਨਹੀਂ ਲੱਗੀ। ਡਾਕਟਰਸ ਨੇ ਕਹਿਤਾ ਵੀ ਹੁਣ ਅਸੀਂ ਕੁਛ ਨਹੀਂ ਕਰ ਸਕਦੇ, ਕਿਉਂਕਿ ਡੋਜ਼ ਦੀ ਬਾਡੀ ਹੀ ਨਹੀਂ ਡ੍ਰਿਪ ਐਕਸੈਪਟ ਕਰ ਰਹੀ ਹੈਗੀ ਵੀ ਤੁਸੀਂ ਲੈ ਜਾਓ। ਲੈ ਆਏ, ਪਰ ਉਹਨਾਂ ਨੂੰ ਨਹੀਂ ਦੱਸਿਆ। ਉਹਨਾਂ ਨੂੰ ਕਿਹਾ ਵੀ ਚਲੋ ਹੁਣ 10 ਕੁ ਦਿਨ ਤੁਸੀਂ ਘਰ ਵੇਟ ਕਰੋ, ਦੁਬਾਰਾ ਰਿਕਵਰ ਕਰੋਗੇ ਫਿਰ ਤੁਹਾਡੀ ਡੋਜ਼ ਲੱਗੂਗੀ, ਵੀ ਤੁਹਾਡੀ ਅਜੇ ਵੀਕਨੈਸ ਇੰਨੀ ਜ਼ਿਆਦਾ। 17 ਜਨਵਰੀ 2002 ਨੂੰ ਉਹ ਘਰ ਆਏ ਨੇ 5th ਡੋਜ਼ ਵੇਲੇ, ਜਿਹੜੀ ਨਹੀਂ ਲੱਗੀ ਸੀ। 21 ਤਰੀਕ ਨੂੰ ਉਹ ਬੇਹੋਸ਼ ਹੋ ਗਏ। ਮਾਰਨਿੰਗ ਟਾਈਮ 'ਤੇ ਉਹਨਾਂ ਨੂੰ ਬੇਹੋਸ਼ੀ ਹੋ ਗਈ। ਜਦੋਂ ਉਹਨਾਂ ਨੂੰ ਇੰਜੈਕਸ਼ਨ ਵਗੈਰਾ ਦਿੱਤਾ ਠੀਕ ਹੋ ਗਏ। ਅਤੇ ਉਹ ਤੋਂ ਬਾਅਦ ਮੈਨੂੰ ਇੱਕੋ ਗੱਲ ਪੁੱਛਦੇ ਨੇ, ਜਸਵਿੰਦਰ ਵੀ ਇਹ ਸਿੰਪਟਮ ਠੀਕ ਨਹੀਂ ਹੈਗੇ, ਵੀ ਮੈਂ ਬੇਹੋਸ਼ ਕਿਉਂ ਹੋਇਆ? ਮੈਨੂੰ ਬੇਹੋਸ਼ ਨਹੀਂ ਹੋਣਾ ਚਾਹੀਦਾ ਸੀਗਾ, ਇਹਦਾ ਮਤਲਬ ਵੀ ਦੇਅਰ ਇਜ਼ ਸਮਥਿੰਗ ਰੋਂਗ। ਮੈਂ ਕਿਹਾ ਨਹੀਂ ਠੀਕ ਹੋ ਜਾਵਾਂਗੇ, ਵੀ ਵੀਕਨੈਸ ਕਰਕੇ ਹੋ ਗਿਆ। ਹੁਣ ਇਨਸਾਨ ਆ, ਨਹੀਂ ਪਤਾ ਹੁੰਦਾ ਵੀ ਕੀ ਹੋਣ ਵਾਲਾ ਕੀ ਨਹੀਂ ਹੋਣ ਵਾਲਾ। ਚਲੋ ਸਾਰਾ ਕੁਛ ਲੰਘੀ ਗਿਆ, 3 ਦਿਨ ਲੰਘੇ। 22 ਤਰੀਕ ਨੂੰ ਸਵੇਰੇ ਬੱਚਿਆਂ ਨੂੰ ਬੁਲਾ ਲੈਂਦੇ ਨੇ, ਕਹਿੰਦੇ ਸਾਰੇ ਬੱਚੇ ਮੇਰੇ ਕੋਲ ਆ ਜਾਓ। ਅਤੇ ਜਿੰਨੇ ਫੈਮਿਲੀ ਮੈਂਬਰਸ ਸੀਗੇ ਇਕੱਠੇ ਹੋਏ ਸੀਗੇ, ਕਿਉਂਕਿ ਮੇਰੇ ਮਦਰ ਇਨ ਲਾਅ ਵੀ ਇੱਥੇ ਸੀ, ਮੇਰਾ ਬ੍ਰਦਰ ਵੀ USA ਤੋਂ ਬੁਲਾ ਲਿਆ। ਉਹਨਾਂ ਨੇ ਕਿਹਾ ਵੀ ਮੇਰਾ ਲਾਲੀ ਨੂੰ ਮਿਲਣ ਨੂੰ ਬਹੁਤ ਜੀਅ ਕਰਦਾ, ਵੀ ਤੁਸੀਂ ਉਹਨੂੰ ਬੁਲਾ ਲਓ। ਫਿਰ ਉੱਥੋਂ ਮੈਡੀਸਿਨਸ ਵਗੈਰਾ ਸਾਰਾ ਕੁਛ ਲੈ ਕੇ ਆਇਆ। ਉਹਨੂੰ ਜਦੋਂ ਪਤਾ ਲੱਗਿਆ ਵੀ ਇੰਨੇ ਜ਼ਿਆਦਾ ਬਿਮਾਰ ਨੇ, ਉਹ ਹੌਸਪੀਟਲ ਤੋਂ ਡਾਕਟਰ ਹੈ, ਕਿਡਨੀ ਸਪੈਸ਼ਲਿਸਟ ਹੈ ਮੇਰਾ ਬ੍ਰਦਰ, ਉਹਨੇ ਉੱਥੋਂ ਹੀ ਸਾਰਾ ਅਰੇਂਜ ਕਰਕੇ ਸਿੱਧੇ ਹੌਸਪੀਟਲ ਤੋਂ ਏਅਰਪੋਰਟ 'ਤੇ ਚਲੇ ਗਏ। ਅਤੇ ਉਹ ਤੀਸਰੇ ਦਿਨ ਆ ਗਏ ਇੱਥੇ। ਉਹਨਾਂ ਨੂੰ ਕਹਿੰਦੇ ਲਾਲੀ ਮੈਨੂੰ ਤੇਰੀ ਬਹੁਤ ਲੋੜ ਲੱਗਦੀ ਸੀਗੀ, ਵੀ ਮੈਨੂੰ ਸਪੋਰਟ ਲਈ ਤੂੰ ਚਾਹੀਦਾ ਸੀਗਾ। ਮਤਲਬ ਵੀ ਬਹੁਤ ਗੱਲਾਂ ਕੀਤੀਆਂ ਉਹਨਾਂ ਨੇ, ਪੁੱਛਿਆ ਵੀ ਕੀ ਹੈ ਕਿਵੇਂ ਹੈ। ਉਹ ਕਹਿੰਦੇ ਨਹੀਂ ਵੀਰ ਜੀ, ਵੀ ਵੀਕਨੈਸ ਦੇ ਨਾਲ ਸਾਰਾ ਕੁਝ ਹੋ ਜਾਂਦਾ। ਹੁਣ ਉਹ ਵੀ ਵਿਚਾਰਾ ਕੀ ਦੱਸ ਸਕਦਾ ਸੀ ਬਈ ਇਹ ਕੀ ਕਹਾਂ ਮੈਂ ਵੀਰ ਜੀ ਨੂੰ, ਵੀ ਕੰਡੀਸ਼ਨ ਤਾਂ ਇੰਨੀ ਕ੍ਰਿਟੀਕਲ ਹੋ ਗਈ ਜਦੋਂ ਮੈਨੂੰ ਪਤਾ ਲੱਗਿਆ। ਅਤੇ ਇਹ ਸਟੇਜ ਦੇ ਨਾਲ 22 ਤਰੀਕ ਨੂੰ ਉਹ ਬੱਚਿਆਂ ਨੂੰ ਬੁਲਾਉਂਦੇ ਨੇ, ਕਹਿੰਦੇ ਬੇਟਾ ਪਰਮਾਤਮਾ ਤੋਂ ਉੱਪਰ ਦੀ ਕੁਛ ਨਹੀਂ ਹੈਗਾ, ਸਾਰੇ ਜਾਣੇ ਸਿਮਰਨ ਕਰੋ, ਵਾਹਿਗੁਰੂ ਸਤਨਾਮ ਸੱਚੇ ਪਾਤਸ਼ਾਹ ਤੇਰੀ ਓਟ ਤੇਰਾ ਹੀ ਆਸਰਾ। ਇਹ ਉਹਨਾਂ ਨੂੰ 5-6 ਵਾਰੀ ਰਿਪੀਟ ਕਰਾਇਆ। ਅਤੇ ਉਹ ਤੋਂ ਬਾਅਦ ਉਹਨਾਂ ਨੇ ਕਿਹਾ ਬੱਚਾ ਹੁਣ ਤੁਸੀਂ ਜਾ ਕੇ ਪੜ੍ਹੋ, ਹੁਣ ਜਦੋਂ ਮੈਂ ਠੀਕ ਹੋ ਜਾਊਂਗਾ ਮੈਂ ਫਿਰ ਤੁਹਾਡੇ ਨਾਲ ਗੱਲ ਕਰੂੰਗਾ, ਮਤਲਬ ਸਾਰਾ ਕੁਛ। ਉਹ ਟਾਈਮ ਆਇਆ ਹੀ ਨਹੀਂ ਹੈਗਾ। 24 ਤਰੀਕ ਨੂੰ ਉਹਨਾਂ ਦੀ ਡੈਥ ਹੋ ਗਈ ਸਵੇਰੇ 6:30 ਵਜੇ। ਅਤੇ ਸਾਡੀ ਜ਼ਿੰਦਗੀ ਦਾ ਉਹ डार्क पीरियड से। मैम आपने इतना हिम्मत रखा। आजकल के जैसे यंग जो ब्लड है, ये इनका सपना तो चलो इतना बड़ा नहीं होता, एक पॉइंट पे ये सोचते हैं। उसके लिए जैसे मैं फॉर एग्जांपल मैं देता हूँ, जैसे आजकल पेपर के मतलब एक ऑफिसर बनने के लिए वो तैयारी कर रहे होते हैं, उसके लिए घर वालों का मतलब सबका सपोर्ट होता है। वो जाते हैं, तैयारी करते हैं, वहाँ उनको किसी चीज़ की प्रॉब्लम नहीं होती, वो उसी में एकदम लग जाते हैं। फिर एक पॉइंट ऐसा उनके माइंड में ये इतना कहते हैं, जिसको मैं कह सकता हूँ ईगो सा आ जाता है कि नहीं मेरा तो हो जाएगा, इतना सोच के प्लस पॉइंट सोच के वो पेपर देते हैं। लास्ट में जब रिज़ल्ट आता है वो सोचते, अब क्या होता है रिज़ल्ट में वो फेल हो जाते हैं। फिर वो मतलब देखो मैम, वो ये भूल जाते हैं कि तुम्हारे को कितने लोगों ने सपोर्ट किया है। अगर आपको कुछ हो गया तो आप तो अकेले नहीं जाओगे, आप कितने लोगों को दुख देकर जाओगे, ये नहीं सोचते। और वो खुद को ख़त्म कर लेते हैं, या गलत संगत जैसे नशा करने लगते हैं, मतलब अपने आप को ख़त्म करने की सोचते हैं। मतलब वो आगे की कुछ सोच नहीं पाते। तो मैं चाहता हूँ कि आपने अपनी लाइफ में देखो बहुत सारे दुख आपने झेले, और आपने इतना स्ट्रगल किया, और अपने आप को संभाल के भी रखा, और साथ में आपने बच्चों को पाला, उनको एक अच्छे लेवल एक मुकाम तक पहुंचाया। आज वो मतलब कह सकते हैं कि हाँ हम एक अच्छी जगह पे हैं, सेटल हो गए हैं, मैरिज भी हो गई है बड़ी वाली लड़की की, छोटी वाली भी स्टडी कर रहे हैं।
तो मैम मैं चाहता हूँ आप जो हमारे देखने वाले और इस तरह के जो स्टूडेंट्स हैं उनको आप थोड़ा कुछ 2 शब्द बोलें ताकि वो अपनी लाइफ में कभी हार ना माने और वो आगे मतलब जिस चीज़ में वो चाहते हैं, पाना चाहते हैं, वो उनको मिलेगा, वो भी हिम्मत बांधे। तो प्लीज़ मैम आप हमारे जो देखने वाले ਹਾਂ ਮੈਂ ਇਹਦੇ ਬਾਰੇ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਵੀ ਬੱਚਿਆਂ ਨੂੰ ਕਦੇ ਦਿਲ ਨਹੀਂ ਹਾਰਨਾ ਚਾਹੀਦਾ। ਜੇ ਇੱਕ ਲਾਈਨ ਦੇ ਵਿੱਚ ਉਹ ਨਹੀਂ ਸਕਸੈਸਫੁਲ ਹੁੰਦੇ ਤਾਂ ਕਿਉਂਕਿ ਪਰਮਾਤਮਾ ਵੱਲੋਂ ਰਸਤੇ ਬੜੇ ਬਣਾਏ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਉਹ ਕਾਮਯਾਬੀ ਹਾਸਲ ਕਰਦੇ ਨੇ, ਉਹਨਾਂ ਨੂੰ ਦੂਜਾ ਰਸਤਾ ਅਪਣਾ ਲੈਣਾ ਚਾਹੀਦਾ। ਪਰ ਜੇ ਉਹ ਕਹੇ ਵੀ ਅਸੀਂ ਜ਼ਿੰਦਗੀ ਖਤਮ ਕਰ ਲੈਣੀ ਹੈ ਜਾਂ ਨਸ਼ੇ ਲੈਣੇ ਸ਼ੁਰੂ ਕਰ ਦੇਣੇ ਨੇ ਤਾਂ ਨਸ਼ਿਆਂ ਨਾਲ ਕੁਝ ਨਹੀਂ ਬਣਦਾ ਹੈਗਾ। ਬੱਚਿਆਂ ਨੂੰ ਮਤਲਬ ਵੀ ਚੰਗੀਆਂ ਚੀਜ਼ਾਂ ਪੜ੍ਹ ਕੇ ਮੋਟੀਵੇਟ ਹੋਣਾ ਚਾਹੀਦਾ ਉਹਦੇ ਨਾਲ ਬਈ ਅਸੀਂ ਕੁਛ ਨਾ ਕੁਛ ਬਣਨਾ, ਕਿਉਂਕਿ ਸਾਡਾ ਜਿਹੜੀ ਜ਼ਿੰਦਗੀ ਮਿਲੀ ਹੈ ਇੱਕੋ ਵਾਰੀ ਮਿਲਦੀ ਹੈ, ਬਾਰ-ਬਾਰ ਜ਼ਿੰਦਗੀ ਨਹੀਂ ਇਨਸਾਨ ਨੂੰ ਮਿਲਦੀ ਹੈਗੀ। ਅੱਜ ਤੁਸੀਂ ਉਹ ਜ਼ਿੰਦਗੀ ਪਾਈ ਹੈ, ਕੱਲ੍ਹ ਨੂੰ ਤੁਹਾਨੂੰ ਨਹੀਂ ਪਤਾ ਤੁਸੀਂ ਕੱਲ੍ਹ ਨੂੰ ਕਿੱਥੇ ਜਾਣਾ ਤੁਸੀਂ, ਅਤੇ ਤੁਹਾਡੇ ਪਿੱਛੇ ਜਿਹੜੇ ਤੁਹਾਡੇ ਪੇਰੈਂਟਸ ਨੇ ਜਾਂ ਤੁਹਾਡੇ ਭੈਣ ਭਰਾ ਨੇ ਉਹਨਾਂ 'ਤੇ ਕੀ ਮਾੜਾ ਅਸਰ ਪੈਂਦਾ। ਕੀ ਜ਼ਿੰਦਗੀ ਨਸ਼ੇ ਲੈਣ ਜਾਂ ਆਪਣੇ ਆਪ ਨੂੰ ਖ਼ਤਮ ਤੱਕ ਸੀਮਤ ਹੈ? ਨਹੀਂ, ਇਹ ਨਹੀਂ ਹੋਣਾ ਚਾਹੀਦਾ ਹੈਗਾ। ਬੱਚਿਆਂ ਨੂੰ ਇੱਥੇ ਆ ਕੇ ਇਹ ਸੋਚਣਾ ਚਾਹੀਦਾ ਹੈ ਵੀ ਸਾਡੇ ਪੇਰੈਂਟਸ ਲਈ ਸਾਡੀ ਜ਼ਿੰਦਗੀ ਬਹੁਤ ਕੀਮਤ ਹੈ, ਪੇਰੈਂਟਸ ਸਾਡੇ ਲਈ ਬਹੁਤ ਕੁਛ ਕਰ ਰਹੇ ਨੇ, ਅਸੀਂ ਉਹਨਾਂ ਨੂੰ ਕੁਛ ਬਣ ਕੇ ਦਿਖਾਉਣਾ। ਚਲੋ ਇੱਕ ਪਾਸੇ ਨਹੀਂ, ਦੇਖੋ ਸਾਰੇ ਬੱਚੇ ਡਾਕਟਰ ਇੰਜੀਨੀਅਰ ਨਹੀਂ ਬਣ ਸਕਦੇ, ਲਾਈਨਾਂ ਬਹੁਤ ਨੇ ਜਿੱਥੇ ਤੁਸੀਂ ਜਾ ਸਕਦੇ ਹੋ। ਤੁਸੀਂ ਕੋਈ ਵੀ ਕੰਮ ਕਰੋਗੇ ਅਖੀਰ ਦੇ ਵਿੱਚ ਤੁਹਾਡੀ ਕਮਾਈ ਨੇ ਤੁਹਾਡਾ ਸਾਥ ਦੇਣਾ। ਜਿਹੜਾ ਤੁਸੀਂ ਕਰਨਾ ਚੰਗਾ ਕੰਮ ਕਰੋਗੇ ਉਹਦੇ ਵਿੱਚ ਤੁਹਾਨੂੰ ਕੁਛ ਗੇਨ ਵੀ ਹੋਊਗਾ, ਸਿੱਖੋਗੇ ਵੀ, ਆਪਣੀ ਜੀ ਕੇ ਵਧਾਓ। ਜਿਹੜਾ ਬੱਚਾ ਪੜ੍ਹਿਆ ਹੋਊਗਾ ਦੂਜੇ ਨੂੰ ਗਾਈਡ ਜ਼ਰੂਰ ਕਰੂਗਾ। ਮਤਲਬ ਇਹ ਨਹੀਂ ਤੁਸੀਂ ਕਹਿ ਸਕਦੇ ਕਿ ਬੱਚਾ ਜਿਹੜਾ ਹੈਗਾ ਵੀ ਉਹ ਨਹੀਂ ਕੁਛ ਕਰ ਸਕਦਾ, ਸਿਰਫ ਉਹਦੇ ਵਿੱਚ ਇੰਨੀ ਹਿੰਮਤ ਅਤੇ ਸਪਿਰਿਟ ਨਾਲ ਕੰਮ ਕਰਨਾ ਉਹਨੂੰ ਚਾਹੀਦਾ ਹੈ ਵੀ ਮੈਂ ਸਕਸੈਸਫੁਲ ਹੋਣਾ, ਮੈਂ ਬਣ ਕੇ ਦਿਖਾਉਣਾ ਕੁਛ। ਜੇ ਤੁਸੀਂ ਇੱਕ ਵਾਰੀ ਢੇਰੀ ਢਾਹ ਦੋਗੇ ਤਾਂ ਤੁਸੀਂ ਕਦੇ ਉੱਪਰ ਨਹੀਂ ਉੱਠ ਸਕਦੇ ਹੈਗੇ। ਜੇ ਤੁਹਾਡੇ ਕੋਲ ਹੈ ਵੀ ਤੁਸੀਂ ਉਹ ਵੀ ਨੁਕਸਾਨ ਕਰ ਲਓਗੇ, ਉਹ ਵੀ ਲੂਜ਼ ਕਰ ਲਓਗੇ। ਜਿਹੜਾ ਬੰਦਾ ਮਿਹਨਤ ਕਰਦਾ ਉਹਨੂੰ ਫਲ ਜ਼ਰੂਰ ਮਿਲਦਾ। ਮੈਂ ਇਸ ਗੱਲ ਦੇ ਵਿੱਚ ਮੇਰਾ ਬਹੁਤ ਅਟੁੱਟ ਵਿਸ਼ਵਾਸ ਹੈ, ਕਿਉਂਕਿ ਦੇਖੋ ਜਦੋਂ ਮੈਂ ਜੌਬ 'ਤੇ ਲੱਗੀ ਸੀ ਤਾਂ ਮੈਨੂੰ ਕਦੇ ਨਹੀਂ ਸੀ ਪਤਾ ਵੀ ਮੈਨੂੰ ਇਹ ਜੌਬ ਬੜੀ ਕੰਮ ਆਊਗੀ। ਅਤੇ ਜਦੋਂ ਮੈਂ ਅਨਮੈਰਿਡ ਸੀ ਕੋਈ ਮੇਰਾ ਇੰਨਾ ਮਕਸਦ ਵੀ ਨਹੀਂ ਸੀ ਹੁੰਦਾ ਕਿ ਮੈਂ ਕੁਛ ਬਣਨਾ ਹੈ। ਅਤੇ ਉਹ ਤੋਂ ਬਾਅਦ ਡੈਡੀਕੇਸ਼ਨ ਨਾਲ ਕੰਮ ਕੀਤਾ ਹਰ ਪਾਸੇ, ਮਤਲਬ ਵੀ ਆਪਣੇ ਕੰਮ ਦੇ ਵਿੱਚ ਇਹ ਹੁੰਦਾ ਸੀ ਕਿ ਇਹਨੂੰ ਅਸੀਂ ਕੋਈ ਕਮੀ ਨਹੀਂ ਕੱਢਣੀ ਚਾਹੀਦੀ ਕਿਸੇ ਨੂੰ ਵੀ। ਮੇਰਾ ਕੰਮ ਇਹੋ ਜਿਹਾ ਹੋਣਾ ਚਾਹੀਦਾ ਵੀ ਪਰਫੈਕਸ਼ਨ 'ਚ ਹੋਣਾ ਚਾਹੀਦਾ ਵੀ, ਤਾਂ ਕਿ ਅਗਲਾ ਕੋਈ ਇਹ ਕਹਿ ਨਾ ਸਕੇ ਵੀ ਇਹਨੇ ਕੰਮ ਨਹੀਂ ਕੀਤਾ। ਕਿਉਂਕਿ ਜੇ ਮੈਂ ਉਹਦੇ ਬਦਲੇ ਮੈਨੂੰ ਉਹਦਾ ਇਵਜ਼ਾਨਾ ਮਿਲਦਾ ਸੀ, ਤਨਖਾਹ ਮਿਲਦੀ ਸੀ, ਮੈਨੂੰ ਆਏ ਸੀ ਵੀ ਉਹਦੇ ਨਾਲ ਮੈਂ ਜਸਟਿਸ ਹੋਣਾ ਚਾਹੀਦਾ ਵੀ ਮੈਂ 2 ਨੰਬਰ ਦੀ ਮਿਹਨਤ ਨਹੀਂ ਲੈਣਾ ਚਾਹੁੰਦੀ ਸੀ। ਬਾਕੀ ਮੇਰਾ ਅਸੂਲ ਸੀਗਾ ਵੀ ਜੇ ਕਿਸੇ ਨੂੰ ਹੈਲਪ ਹੁੰਦੀ ਸੀ, ਜਿੰਨਾ ਕੁ ਮੇਰੇ ਕੋਲ ਥੋੜ੍ਹਾ ਬਹੁਤਾ ਹੁੰਦਾ ਸੀ, ਮੈਂ ਹੈਲਪ ਕਰਨ 'ਚ ਜ਼ਰੂਰ ਯਕੀਨ ਕਰਦੀ ਸੀ ਵੀ ਕਿਸੇ ਦੀ ਹੈਲਪ ਹੋ ਜਾ ਸਕਦੀ ਹੈ ਤਾਂ ਮੈਂ ਕਰ ਦੂੰਗੀ। ਬੱਚਿਆਂ ਨੂੰ ਮੈਂ ਇੰਨਾ ਕੁ ਕਿਹਾ ਸੀ, ਬੇਟਾ ਗਲਤ ਸੰਗਤ ਵਿੱਚ ਨਹੀਂ ਜਾਣਾ, ਘਰੋਂ ਆਉਣਾ, ਹਰ ਇੱਕ ਗੱਲ ਮੇਰੇ ਨਾਲ ਸ਼ੇਅਰ ਕਰਨੀ ਹੈ, ਫਰੈਂਡਲੀ ਹੋਣਾ ਚਾਹੀਦਾ ਤੁਹਾਨੂੰ ਆਪਣੇ ਪੇਰੈਂਟਸ ਦੇ ਨਾਲ। ਜੇ ਤੁਸੀਂ ਫਰੈਂਡਲੀ ਹੋਵੋਗੇ ਤਾਂ ਆਪਾਂ ਇੱਕ ਦੂਜੇ ਨਾਲ ਪ੍ਰੋਬਲਮ ਸੋਲਵ ਕਰ ਸਕਦੇ ਹਾਂ। ਜਿੱਥੇ ਤੁਸੀਂ ਪ੍ਰੋਬਲਮ ਤੁਹਾਡੀ ਸੋਲਵ ਨਹੀਂ ਹੁੰਦੀ ਤਾਂ ਤੁਸੀਂ पेरेंट्स ਤੋਂ दूर चले जाते हो तो गलत संगत ਦੇ ਵਿੱਚ ਤੁਸੀਂ ਜ਼ਰੂਰ ਜਾਂਦੇ ਹੋ। मैम आप हमारे शो में आए उसके लिए आपका बहुत बहुत धन्यवाद करता हूँ और मैं आशीर्वाद भी लेना चाहता हूँ कि कई बार मुझे लगता था कि मतलब मुझे क्या, मेरे जैसे कई लोगों को लगता है कि यार मैं ही दुखी हूँ, लेकिन कहते हैं ना सामने वाले का क्या दुख है, अगर फेस पे स्माइल है तो ये ना देखो कि बंदा हंस रहा है, अंदर कितना दुख है। दोस्तों मैं फिर हाजिर होऊंगा एक नए मेहमान के साथ, तब तक के लिए नमस्कार। नमस्कार, थैंक यू अनिल जी।